ਵਿਆਹ ਦੇ ਅਗਲੇ ਦਿਨ ਜਿਵੇਂ ਹੀ ਮੇਰੇ ਸਹੁਰੇ ਦੀ ਨਜ਼ਰ ਮੇਰੇ ਉੱਪਰ ਪੈਂਦੀ ਤਾਂ ਉਹਨਾਂ ਦੇ ਚਿਹਰੇ ਦਾ ਰੰਗ ਸੁਰਖ ਲਾਲ ਹੋ ਜਾਂਦਾ ਅਤੇ ਉਸੇ ਵੇਲੇ ਉਹਨਾਂ ਦੀ ਮੌਤ ਹੋ ਜਾਂਦੀ। ਬਸ ਉਹਨਾਂ ਦੇ ਮੂੰਹ ਤੋਂ ਇਹ ਸ਼ਬਦ ਨਿਕਲਦੇ ਕਿ ਇਹ ਤਾਂ ਉਹੀ ਕੁੜੀ ਹੈ। ਉਸ ਤੋਂ ਬਾਅਦ ਮੇਰੀ ਸੱਸ ਮੈਨੂੰ ਮਨਹੂਸ ਕਹਿਣਾ ਸ਼ੁਰੂ ਕਰ ਦਿੰਦੀ ਅਤੇ ਮੇਰਾ ਪਤੀ ਉਸੇ ਦਿਨ ਮੇਰੇ ਤੋਂ ਤਲਾਕ ਲੈ ਕੇ ਮੈਨੂੰ ਘਰ ਵਿੱਚੋਂ ਕੱਢ ਦਿੰਦਾ। ਹੁਣ ਤੱਕ ਮੇਰੇ 3 ਵਿਆਹ ਹੋ ਚੁੱਕੇ ਸਨ ਅਤੇ ਹਰ ਵਾਰ ਅਜਿਹਾ ਹੀ ਹੁੰਦਾ ਸੀ। ਮੈਂ ਹੈਰਾਨ ਸੀ ਕਿ ਇਹ ਸਭ ਕੁਝ ਮੇਰੇ ਨਾਲ ਕਿਉਂ ਹੋ ਰਿਹਾ ਹੈ। ਮੈਂ ਜਵਾਨ ਅਤੇ ਸੋਹਣੀ ਸੀ, ਮੇਰੇ ਵਿੱਚ ਕੋਈ ਕਮੀ ਵੀ ਨਹੀਂ ਸੀ। ਫਿਰ ਇਹ ਸਭ ਕੁਝ ਹੋਣ ਦਾ ਕੀ ਕਾਰਨ ਹੋ ਸਕਦਾ ਸੀ? ਇਸ ਵਾਰ ਮੇਰਾ ਚੌਥਾ ਵਿਆਹ ਹੋ ਰਿਹਾ ਸੀ ਅਤੇ ਮੈਨੂੰ ਆਪਣੀ ਮਾਂ ਉੱਪਰ ਸ਼ੱਕ ਹੋਣ ਲੱਗਿਆ। ਪਰ ਇਸ ਵਾਰ ਮੈਂ ਵਿਆਹ ਤੋਂ ਪਹਿਲਾਂ ਆਪਣੀ ਮੰਮੀ ਦਾ ਪਿੱਛਾ ਕੀਤਾ, ਪਰ ਇਹ ਦੇਖ ਕੇ ਮੇਰੀ ਤਾਂ ਜਾਨ ਹੀ ਨਿਕਲ ਗਈ ਕਿ ਮੇਰੀ ਮੰਮੀ ਮੇਰੀ ਛੋਟੀ ਭੈਣ ਅਤੇ ਇੱਕ ਨੌਜਵਾਨ ਮੁੰਡੇ ਨੂੰ, ਮੇਰਾ ਨਾਂ ਪਿੰਕੀ ਹੈ ਅਤੇ ਮੈਂ ਇੱਕ ਛੋਟੇ ਜਿਹੇ ਪਿੰਡ ਨਾਲ ਸੰਬੰਧ ਰੱਖਦੀ ਹਾਂ। ਅਸੀਂ ਜ਼ਿਆਦਾ ਅਮੀਰ ਤਾਂ ਨਹੀਂ ਸੀ, ਪਰ ਇੰਨੇ ਗਰੀਬ ਵੀ ਨਹੀਂ ਸੀ ਕਿ ਸਾਡੇ ਘਰ ਦਾ ਗੁਜ਼ਾਰਾ ਹੀ ਨਾ ਹੋ ਸਕੇ। ਸਾਡੇ ਘਰ ਵਿੱਚ 7 ਮੈਂਬਰ ਹਨ, ਮੰਮੀ ਪਾਪਾ ਅਤੇ ਅਸੀਂ 5 ਭੈਣ ਭਾਈ। ਮੇਰੇ 3 ਭਾਈ ਹਨ ਅਤੇ ਅਸੀਂ 2 ਭੈਣਾਂ ਹਾਂ। ਸਾਡੇ ਵਿੱਚ ਬਹੁਤ ਪਿਆਰ ਹੈ। ਸਾਡੇ ਪਾਪਾ ਵੀ ਸਾਨੂੰ ਬਹੁਤ ਪਿਆਰ ਕਰਦੇ ਹਨ, ਪਰ ਸਾਡੀ ਮੰਮੀ ਦਾ ਵਰਤਾਓ ਸਾਡੇ ਨਾਲ ਬਹੁਤ ਅਜੀਬ ਹੈ। ਕਦੇ-ਕਦੇ ਮੈਨੂੰ ਉਹਨਾਂ ਦੇ ਵਰਤਾਓ ਬਾਰੇ ਸਮਝ ਨਹੀਂ ਲੱਗਦੀ। ਮੇਰੇ ਪਾਪਾ ਕਹਿੰਦੇ ਹਨ ਕਿ ਉਹ ਸਾਡੀ ਮਾਂ ਹੈ ਅਤੇ ਇੱਕ ਮਾਂ ਚੰਗੀ ਤਰ੍ਹਾਂ ਜਾਣਦੀ ਹੈ ਕਿ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ। ਪਾਪਾ ਦੀਆਂ ਇਹ ਗੱਲਾਂ ਸੁਣ ਕੇ ਮੈਂ ਚੁੱਪ ਹੋ ਜਾਂਦੀ ਸੀ ਅਤੇ ਮੈਨੂੰ ਕੁਝ ਸਮੇਂ ਲਈ ਤਸੱਲੀ ਵੀ ਹੋ ਜਾਂਦੀ। ਪਰ ਜਦੋਂ ਮੇਰੀ ਮੰਮੀ ਸਾਡੇ ਸਾਰੇ ਭੈਣ ਭਾਈਆਂ ਵਿੱਚ ਫਰਕ ਕਰਦੇ ਤਾਂ ਮੈਨੂੰ ਬਹੁਤ ਦੁੱਖ ਹੁੰਦਾ, ਕਿਉਂਕਿ ਅਸੀਂ ਵੀ ਤਾਂ ਉਹਨਾਂ ਦੇ ਹੀ ਬੱਚੇ ਸੀ। ਪਰ ਉਹ ਆਪਣੇ 3 ਬੱਚਿਆਂ ਨੂੰ ਜ਼ਿਆਦਾ ਪਿਆਰ ਕਰਦੀ ਸੀ। ਮੈਨੂੰ ਇੰਜ ਲੱਗਦਾ ਸੀ ਜਿਵੇਂ ਉਹ ਮੇਰੇ ਨਾਲ ਅਤੇ ਮੇਰੇ ਵੱਡੇ ਭਾਈ ਨਾਲ ਕੋਈ ਖਾਸ ਲਗਾਵ ਨਹੀਂ ਰੱਖਦੀ। ਪਰ ਫਿਰ ਵੀ ਅਸੀਂ ਦੋਵੇਂ ਭੈਣ ਭਾਈ ਮੰਮੀ ਨੂੰ ਬਹੁਤ ਪਿਆਰ ਕਰਦੇ ਸੀ। ਜੇਕਰ ਮੇਰੀ ਮੰਮੀ ਮੈਨੂੰ ਕੁਝ ਕਹਿੰਦੀ ਤਾਂ ਮੇਰਾ ਭਾਈ ਮੇਰੇ ਨਾਲ ਖੜਾ ਹੋ ਜਾਂਦਾ। ਉਹ ਮੇਰੇ ਲਈ ਮੇਰੀ ਮੰਮੀ ਨਾਲ ਵੀ ਲੜ ਪੈਂਦਾ ਸੀ ਅਤੇ ਮੈਨੂੰ ਆਪਣੇ ਭਾਈ ਦੀ ਇਹ ਗੱਲ ਬਹੁਤ ਚੰਗੀ ਲੱਗਦੀ ਸੀ। ਉਸ ਵੇਲੇ ਮੈਨੂੰ ਇੰਜ ਲੱਗਦਾ ਸੀ ਜਿਵੇਂ ਮੇਰਾ ਭਾਈ ਹੀ ਮੇਰੀ ਪੂਰੀ ਦੁਨੀਆ ਹੈ। ਮੈਂ ਉਸ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਸੀ ਅਤੇ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ। ਪਰ ਜਿੱਦਣ ਮੇਰਾ ਭਾਈ ਮੇਰੀ ਮੰਮੀ ਨਾਲ ਲੜਦਾ ਤਾਂ ਪਾਪਾ ਕੁਝ ਦਿਨਾਂ ਲਈ ਉਸ ਨੂੰ ਘਰ ਤੋਂ ਬਾਹਰ ਕੱਢ ਦਿੰਦੇ, ਕਿਉਂਕਿ ਪਾਪਾ ਸਾਡੀ ਮੰਮੀ ਨੂੰ ਬਹੁਤ ਪਿਆਰ ਕਰਦੇ ਸੀ ਤੇ ਉਹ ਨਹੀਂ ਚਾਹੁੰਦੇ ਸੀ ਕਿ ਕੋਈ ਵੀ ਬੱਚਾ ਉਹਨਾਂ ਦੇ ਨਾਲ ਬਦਤਮੀਜ਼ੀ ਕਰੇ। ਮੇਰੀ ਮੰਮੀ ਅਤੇ ਪਾਪਾ ਦੀ ਜੋੜੀ ਬਹੁਤ ਪਰਫੈਕਟ ਮੰਨੀ ਜਾਂਦੀ ਸੀ। ਮੁਹੱਲੇ ਅਤੇ ਖਾਨਦਾਨ ਵਿੱਚ ਵੀ ਮੇਰੇ ਮੰਮੀ ਪਾਪਾ ਦੀ ਜੋੜੀ ਨੂੰ ਇੱਕ ਮਿਸਾਲੀ ਜੋੜੀ ਦੇ ਤੌਰ ਤੇ ਦੇਖਿਆ ਜਾਂਦਾ ਸੀ, ਕਿਉਂਕਿ ਮੇਰੇ ਮੰਮੀ ਅਤੇ ਪਾਪਾ ਦੋਵੇਂ ਦੇਖਣ ਵਿੱਚ ਬਹੁਤ ਸੋਹਣੇ ਸਨ। ਇਹਨਾਂ ਦੀ ਖੂਬਸੂਰਤੀ ਦੇ ਚਰਚੇ ਅੱਜ ਵੀ ਉਸੇ ਤਰ੍ਹਾਂ ਸਨ ਜਿਵੇਂ ਇਹਨਾਂ ਦੀ ਜਵਾਨੀ ਦੇ ਦਿਨਾਂ ਵਿੱਚ ਹੁੰਦੇ ਸਨ। ਦਿਨ ਇਸੇ ਤਰ੍ਹਾਂ ਲੰਘਦੇ ਰਹੇ ਅਤੇ ਅਸੀਂ ਸਾਰੇ ਭੈਣ ਭਾਈ ਜਵਾਨ ਹੋ ਗਏ, ਪਰ ਸਾਡੇ ਘਰ ਦਾ ਮਾਹੌਲ ਜਿਵੇਂ ਮੇਰੇ ਬਚਪਨ ਵਿੱਚ ਸੀ ਉਸੇ ਤਰ੍ਹਾਂ ਹੀ ਮੇਰੀ ਜਵਾਨੀ ਵਿੱਚ ਵੀ ਰਿਹਾ। ਸਾਡੇ ਘਰ ਦੇ ਮਾਹੌਲ ਵਿੱਚ ਥੋੜ੍ਹਾ ਜਿਹਾ ਵੀ ਬਦਲਾਅ ਨਹੀਂ ਆਇਆ ਸੀ। ਪਰ ਹੁਣ ਮੇਰੇ ਪਾਪਾ ਨੇ ਕਹਿ ਦਿੱਤਾ ਸੀ ਕਿ ਮੇਰੇ ਵੱਡੇ ਭਾਈ ਦਾ ਵਿਆਹ ਕਰ ਦਿੱਤਾ ਜਾਵੇਗਾ ਅਤੇ ਉਸ ਦੇ ਲਈ ਮੇਰੀ ਮੰਮੀ ਸਾਰੇ ਰਿਸ਼ਤੇਦਾਰਾਂ ਵਿੱਚ ਅਤੇ ਬਾਹਰ ਵੀ ਕੁੜੀਆਂ ਲੱਭ ਰਹੀ ਸੀ। ਤਕਰੀਬਨ 6-7 ਮਹੀਨੇ ਦੀ ਮਿਹਨਤ ਤੋਂ ਬਾਅਦ ਆਖਰਕਾਰ ਮੇਰੀ ਮੰਮੀ ਨੇ ਮੇਰੇ ਭਾਈ ਲਈ ਬਹੁਤ ਹੀ ਸੋਹਣੀ ਕੁੜੀ ਲੱਭ ਲਈ। ਮੈਂ ਆਪਣੀ ਚੰਨ ਵਰਗੀ ਭਾਬੀ ਨੂੰ ਦੇਖ ਕੇ ਹੈਰਾਨ ਰਹਿ ਗਈ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੇ ਭਾਈ ਦਾ ਵਿਆਹ ਇੰਨੀ ਸੋਹਣੀ ਕੁੜੀ ਨਾਲ ਹੋ ਜਾਵੇਗਾ। ਮੇਰੀਆਂ ਨਜ਼ਰਾਂ ਵਿੱਚ ਮੇਰੇ ਭਾਈ ਭਾਬੀ ਦੀ ਜੋੜੀ ਵੀ ਮੇਰੇ ਮੰਮੀ ਪਾਪਾ ਦੀ ਤਰ੍ਹਾਂ ਪਰਫੈਕਟ ਜੋੜੀ ਸੀ, ਕਿਉਂਕਿ ਉਹ ਦੋਵੇਂ ਇੱਕ ਦੂਜੇ ਨਾਲ ਬਹੁਤ ਚੰਗੇ ਲੱਗਦੇ ਸਨ। ਪਹਿਲਾਂ ਤਾਂ ਮੇਰੀ ਭਾਬੀ ਦਾ ਵਰਤਾਓ ਸਾਡੇ ਸਭ ਨਾਲ ਬਹੁਤ ਚੰਗਾ ਰਿਹਾ। ਉਹ ਸਾਡੇ ਵਿੱਚ ਬੈਠ ਕੇ ਗੱਲਾਂ ਬਾਤਾਂ ਅਤੇ ਹਾਸੀ ਮਜ਼ਾਕ ਕਰਦੀ ਸੀ, ਪਰ ਫਿਰ ਹੌਲੀ-ਹੌਲੀ ਉਹਨਾਂ ਦੇ ਸੁਭਾਅ ਵਿੱਚ ਬਦਲਾਅ ਆਉਣ ਲੱਗਿਆ। ਹੁਣ ਉਹਨਾਂ ਦਾ ਸਾਰਾ ਸਮਾਂ ਮੇਰੀ ਮੰਮੀ ਦੇ ਨਾਲ ਉਹਨਾਂ ਦੇ ਕਮਰੇ ਵਿੱਚ ਹੀ ਲੰਘਦਾ ਸੀ। ਬਸ ਉਹ ਰਾਤ ਦੇ ਵੇਲੇ ਹੀ ਮੇਰੇ ਭਾਈ ਦੇ ਕਮਰੇ ਵਿੱਚ ਹੁੰਦੀ ਸੀ। ਹੁਣ ਭਾਬੀ ਦੀ ਗੱਲਬਾਤ ਸਾਡੇ ਨਾਲ ਤਾਂ ਬਿਲਕੁਲ ਹੀ ਖਤਮ ਹੋ ਚੁੱਕੀ ਸੀ।
ਫਿਰ ਅਚਾਨਕ ਇੱਕ ਦਿਨ ਉਹਨਾਂ ਨੇ ਪੂਰੇ ਘਰ ਵਿੱਚ ਤੂਫਾਨ ਖੜਾ ਕਰ ਦਿੱਤਾ। ਉਹਨਾਂ ਦੀ ਗੱਲ ਸੁਣ ਕੇ ਅਸੀਂ ਸੁੰਨ ਰਹਿ ਗਏ ਅਤੇ ਮੇਰਾ ਭਾਈ ਵੀ ਬਹੁਤ ਹੈਰਾਨ ਹੋ ਗਿਆ। ਮੇਰੀ ਭਾਬੀ ਨੇ ਸਾਡੇ ਤੋਂ ਅਲੱਗ ਹੋਣ ਦੀ ਗੱਲ ਕਹਿ ਦਿੱਤੀ ਸੀ। ਇਹ ਖਬਰ ਸਾਡੇ ਲਈ ਬਹੁਤ ਬੁਰੀ ਸੀ। ਅਸੀਂ ਸਾਰੇ ਭੈਣ ਭਾਈਆਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਅਸੀਂ ਇੱਕ ਦੂਜੇ ਤੋਂ ਅਲੱਗ ਹੋ ਕੇ ਰਹਾਂਗੇ। ਅਸੀਂ ਆਪਣੀ ਭਾਬੀ ਕੋਲ ਗਏ ਅਤੇ ਉਹਨਾਂ ਨੂੰ ਕਿਹਾ ਕਿ ਜੇਕਰ ਸਾਡੇ ਤੋਂ ਕੋਈ ਗਲਤੀ ਹੋ ਗਈ ਹੈ ਤਾਂ ਤੁਸੀਂ ਸਾਨੂੰ ਮਾफ़ ਕਰ ਦਿਓ। ਜੇਕਰ ਤੁਹਾਨੂੰ ਸਾਡੀ ਕਿਸੇ ਗੱਲ ਦਾ ਬੁਰਾ ਲੱਗਿਆ ਹੋਵੇ ਤਾਂ ਇਸ ਦੇ ਲਈ ਵੀ ਅਸੀਂ ਮਾफ़ੀ ਮੰਗਦੇ ਹਾਂ, ਪਰ ਸਾਡੇ ਭਾਈ ਨੂੰ ਲੈ ਕੇ ਸਾਡੇ ਤੋਂ ਅਲੱਗ ਘਰ ਵਿੱਚ ਨਾ ਜਾਓ। ਤੁਸੀਂ ਜਿਵੇਂ ਕਹੋਗੇ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ। ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਅਸੀਂ ਆਪ ਤੁਹਾਨੂੰ ਲੈ ਕੇ ਦੇਵਾਂਗੇ, ਪਰ ਰੱਬ ਦੇ ਵਾਸਤੇ ਸਾਡੇ ਭਾਈ ਨੂੰ ਸਾਡੇ ਤੋਂ ਦੂਰ ਨਾ ਲੈ ਕੇ ਜਾਓ। ਅਸੀਂ ਆਪਣੀ ਭਾਬੀ ਦੀਆਂ ਬਹੁਤ ਮਿੰਨਤਾਂ ਕੀਤੀਆਂ, ਪਰ ਉਹਨਾਂ ਦੇ ਕੰਨਾਂ 'ਤੇ ਤਾਂ ਜਿਵੇਂ ਜੂੰ ਤੱਕ ਨਹੀਂ ਸਰਕੀ ਅਤੇ ਉਹਨਾਂ ਨੇ ਸਾਨੂੰ ਆਪਣੇ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਸਾਡੇ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ। ਇਹ ਸਭ ਕੁਝ ਸਾਨੂੰ ਬਹੁਤ ਪਰੇਸ਼ਾਨ ਕਰ ਰਿਹਾ ਸੀ। ਮੇਰਾ ਭਾਈ ਵੀ ਬਹੁਤ ਪਰੇਸ਼ਾਨ ਸੀ। ਮੈਂ ਆਪਣੇ ਭਾਈ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਕੁਝ ਨਹੀਂ ਕਰ ਸਕਦਾ। ਇਹ ਝਗੜਾ ਵੱਧਦਾ ਹੀ ਗਿਆ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਆਉਣ ਵਾਲੇ 2 ਮਹੀਨਿਆਂ ਵਿੱਚ ਮੇਰਾ ਭਾਈ ਮੇਰੀ ਭਾਬੀ ਨਾਲ ਘਰ ਛੱਡ ਕੇ ਚਲਾ ਗਿਆ। ਸਾਡਾ ਘਰ ਇੱਕਦਮ ਸੁੰਨਸਾਨ ਹੋ ਗਿਆ। ਮੈਨੂੰ ਸਭ ਤੋਂ ਜ਼ਿਆਦਾ ਆਪਣੇ ਭਾਈ ਦੇ ਜਾਣ ਦਾ ਦੁੱਖ ਹੋਇਆ, ਕਿਉਂਕਿ ਸਿਰਫ ਇੱਕ ਉਹੀ ਸੀ ਜੋ ਹਰ ਸਹੀ ਅਤੇ ਗਲਤ ਵਿੱਚ ਮੇਰਾ ਸਾਥ ਦਿੰਦਾ ਸੀ। ਜਿਸ ਦਿਨ ਮੇਰਾ ਭਾਈ ਘਰ ਛੱਡ ਕੇ ਗਿਆ, ਉਸ ਦਿਨ ਤੋਂ ਮੰਮੀ ਨੇ ਉਸ ਦਾ ਨਾਮ ਘਰ ਵਿੱਚ ਲੈਣ ਤੋਂ ਵੀ ਮਨਾ ਕਰ ਦਿੱਤਾ। ਪਹਿਲਾਂ ਤਾਂ ਪਾਪਾ ਕੋਸ਼ਿਸ਼ ਕਰ ਰਹੇ ਸਨ ਕਿ ਉਹ ਮੇਰੇ ਭਾਈ ਭਾਬੀ ਨੂੰ ਕਿਸੇ ਤਰ੍ਹਾਂ ਮਨਾ ਕੇ ਘਰ ਵਾਪਸ ਲੈ ਆਉਣ, ਪਰ ਮੇਰੀ ਮੰਮੀ ਨੇ ਪਤਾ ਨਹੀਂ ਉਹਨਾਂ ਨੂੰ ਕੀ ਕਿਹਾ ਕਿ ਉਹਨਾਂ ਨੇ ਵੀ ਸਭ ਨੂੰ ਇਹ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਵੀ ਉਸ ਦਾ ਨਾਮ ਇਸ ਘਰ ਵਿੱਚ ਨਹੀਂ ਲਵੇਗਾ। ਅਤੇ ਪਾਪਾ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ, ਕਿਉਂਕਿ ਮੈਂ ਆਪਣੇ ਭਾਈ ਤੋਂ ਛੋਟੀ ਸੀ। ਇਸ ਲਈ ਭਾਈ ਦੇ ਘਰ ਤੋਂ ਜਾਣ ਤੋਂ ਕੁਝ ਸਾਲ ਬਾਅਦ ਮੰਮੀ ਨੇ ਕਿਹਾ ਕਿ ਹੁਣ ਮੈਂ ਤੇਰਾ ਵਿਆਹ ਕਰਾਂਗੀ। ਮੈਂ ਉਹਨਾਂ ਦੀ ਗੱਲ ਸੁਣ ਕੇ ਚੁੱਪ ਹੋ ਗਈ, ਕਿਉਂਕਿ ਵਿਆਹ ਤਾਂ ਮੈਨੂੰ ਇੱਕ ਨਾ ਇੱਕ ਦਿਨ ਕਰਨਾ ਹੀ ਸੀ। ਮੇਰੀ ਮੰਮੀ ਨੇ ਮੇਰੇ ਲਈ ਵੀ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ। ਰਿਸ਼ਤੇ ਕਰਵਾਉਣ ਵਾਲੀ ਆਂਟੀ ਸਾਡੇ ਘਰ ਆਉਂਦੀ ਅਤੇ ਘੰਟਿਆਂ ਤੱਕ ਮੇਰੀ ਮੰਮੀ ਨਾਲ ਗੱਲਾਂ ਕਰਦੀ ਰਹਿੰਦੀ। ਮੈਂ ਉਹਨਾਂ ਦੇ ਮਾਮਲੇ ਵਿੱਚ ਕੁਝ ਨਹੀਂ ਬੋਲਦੀ ਸੀ, ਕਿਉਂਕਿ ਮੈਨੂੰ ਪਤਾ ਸੀ ਇਹ ਮਾਮਲੇ ਬਹੁਤ ਮੁਸ਼ਕਿਲ ਹੁੰਦੇ ਹਨ। ਆਖਰਕਾਰ ਮੇਰੀ ਮੰਮੀ ਨੇ ਮੇਰੇ ਲਈ ਇੱਕ ਰਿਸ਼ਤਾ ਲੱਭ ਹੀ ਲਿਆ, ਪਰ ਮੁੰਡੇ ਵਾਲਿਆਂ ਨੂੰ ਵਿਆਹ ਦੀ ਬਹੁਤ ਜਲਦੀ ਸੀ। ਇਸ ਲਈ ਉਹ ਮੈਨੂੰ 1 ਮਹੀਨੇ ਦੇ ਅੰਦਰ ਹੀ ਵਿਆਹ ਕੇ ਲੈ ਗਏ ਅਤੇ ਮੇਰੀ ਮੰਮੀ ਨੇ ਮੈਨੂੰ ਵਿਦਾ ਕਰ ਦਿੱਤਾ। ਵਿਆਹ ਹਰ ਕੁੜੀ ਲਈ ਇੱਕ ਸੋਹਣਾ ਸੁਪਨਾ ਹੁੰਦਾ ਹੈ, ਪਰ ਮੇਰੀ ਤਾਂ ਜਿਵੇਂ ਵਿਆਹ ਤੋਂ ਬਾਅਦ ਕਿਸਮਤ ਹੀ ਖਰਾਬ ਹੋ ਗਈ ਸੀ। ਮੇਰੇ ਵਿਆਹ ਤੋਂ ਅਗਲੇ ਦਿਨ ਜਿਵੇਂ ਹੀ ਮੇਰੇ ਸਹੁਰੇ ਦੀ ਨਜ਼ਰ ਮੇਰੇ ਉੱਪਰ ਗਈ ਤਾਂ ਉਹਨਾਂ ਦੇ ਚਿਹਰੇ ਦਾ ਰੰਗ ਸੁਰਖ ਲਾਲ ਹੋ ਗਿਆ ਅਤੇ ਉਹਨਾਂ ਦੀ ਉਸੇ ਸਮੇਂ ਜ਼ਮੀਨ ਤੇ ਗਿਰਦੇ ਹੀ ਮੌਤ ਹੋ ਗਈ। ਬਸ ਉਹਨਾਂ ਦੇ ਆਖਰੀ ਸ਼ਬਦ ਇਹੀ ਸਨ ਕਿ ਇਹ ਤਾਂ ਉਹੀ ਕੁੜੀ ਹੈ। ਮੇਰੀ ਸੱਸ ਇਹ ਸਭ ਕੁਝ ਦੇਖ ਰਹੀ ਸੀ। ਬਸ ਫਿਰ ਉਹਨਾਂ ਨੇ ਤਾਂ ਪੂਰੇ ਘਰ ਵਿੱਚ ਕਲੇਸ਼ ਖੜਾ ਕਰ ਦਿੱਤਾ ਅਤੇ ਮੈਨੂੰ ਮਨਹੂਸ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਪਤੀ ਨੇ ਗੁੱਸੇ ਵਿੱਚ ਆ ਕੇ ਅਗਲੇ ਹੀ ਦਿਨ ਮੇਰੇ ਤੋਂ ਤਲਾਕ ਲੈ ਕੇ ਮੈਨੂੰ ਘਰ ਵਿੱਚੋਂ ਕੱਢ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਮੈਂ ਮਨਹੂਸ ਹਾਂ, ਇਸੇ ਕਰਕੇ ਮੇਰੇ ਘਰ ਵਿੱਚ ਆਉਂਦੇ ਹੀ ਉਹਨਾਂ ਦੇ ਪਾਪਾ ਦੀ ਮੌਤ ਹੋ ਗਈ ਹੈ। ਮੈਂ ਤਾਂ ਜਿਵੇਂ ਇੱਕ ਦਿਨ ਵਿੱਚ ਹੀ ਉਜੜ ਗਈ ਸੀ ਅਤੇ ਮੈਂ ਦੁਬਾਰਾ ਆਪਣੇ ਮਾਂ-ਬਾਪ ਦੇ ਘਰ ਆ ਕੇ ਬੈਠ ਗਈ। ਮੇਰੇ ਘਰ ਵਾਲਿਆਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ। ਸਭ ਬਹੁਤ ਪਰੇਸ਼ਾਨ ਸਨ, ਪਰ ਮੇਰਾ ਵੱਡਾ ਭਾਈ ਮੇਰੇ ਕੋਲ ਬਿਲਕੁਲ ਵੀ ਅਫਸੋਸ ਕਰਨ ਜਾਂ ਮੈਨੂੰ ਦਿਲਾਸਾ ਦੇਣ ਲਈ ਨਹੀਂ ਆਇਆ। ਇਸ ਗੱਲ ਨੇ ਮੈਨੂੰ ਹੋਰ ਵੀ ਜ਼ਿਆਦਾ ਦੁਖੀ ਕਰ ਦਿੱਤਾ। ਪਰ ਰਾਤ ਦੇ ਸਮੇਂ ਜਦੋਂ ਸਭ ਸੌਂ ਗਏ ਤਾਂ ਮੇਰੇ ਮੋਬਾਈਲ ਉੱਪਰ ਮੇਰੇ ਭਾਈ ਦਾ ਫੋਨ ਆਇਆ। ਉਹਨਾਂ ਨੇ ਮੈਨੂੰ ਦਿਲਾਸਾ ਦਿੱਤਾ ਅਤੇ ਹੌਸਲਾ ਰੱਖਣ ਲਈ ਕਿਹਾ। ਮੈਂ ਆਪਣੇ ਭਾਈ ਨੂੰ ਸ਼ਿਕਾਇਤ ਕੀਤੀ ਕਿ ਵੀਰ ਜੀ ਸਭ ਆਏ ਸਨ, ਪਰ ਤੁਸੀਂ ਮੈਨੂੰ ਮਿਲਣ ਲਈ ਨਹੀਂ ਆਏ। ਤਾਂ ਉਹਨਾਂ ਨੇ ਕਿਹਾ ਇਸ ਗੱਲ ਦੇ ਬਾਰੇ ਵਿੱਚ ਤੈਨੂੰ ਬਹੁਤ ਜਲਦੀ ਪਤਾ ਲੱਗ ਜਾਵੇਗਾ, ਪਰ ਫਿਲਹਾਲ ਤੂੰ ਕਿਸੇ ਨੂੰ ਵੀ ਇਹ ਨਾ ਦੱਸੀ ਕਿ ਮੈਂ ਤੈਨੂੰ ਫੋਨ ਕੀਤਾ ਸੀ। ਜੇਕਰ ਕਿਸੇ ਨੂੰ ਪਤਾ ਲੱਗ ਗਿਆ ਕਿ ਮੇਰਾ ਫੋਨ ਆਇਆ ਸੀ ਤਾਂ ਮਾਮਲਾ ਹੋਰ ਵਿਗੜ ਜਾਵੇਗਾ। ਉਹਨਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਸੀ ਕਿ ਆਖਰ ਉਹ ਅਜਿਹਾ ਕਿਉਂ ਕਰ ਰਹੇ ਹਨ।
ਪਰ ਉਹਨਾਂ ਨੇ ਮੈਨੂੰ ਕੁਝ ਵੀ ਦੱਸਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ, ਸਮਾਂ ਆਉਣ ਤੇ ਤੈਨੂੰ ਆਪਣੇ ਆਪ ਸਭ ਕੁਝ ਪਤਾ ਲੱਗ ਜਾਵੇਗਾ। ਹਲੇ ਮੈਂ ਇਸ ਸਦਮੇ ਵਿੱਚੋਂ ਬਾਹਰ ਨਹੀਂ ਨਿਕਲੀ ਸੀ ਕਿ ਮੇਰੀ ਮੰਮੀ ਨੇ ਮੇਰੇ ਲਈ ਨਵਾਂ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਹੁਣ ਵਿਆਹ ਨਹੀਂ ਕਰਨਾ ਚਾਹੁੰਦੀ, ਤਾਂ ਮੰਮੀ ਕਹਿਣ ਲੱਗੀ, ਮੈਂ ਆਪਣੀ ਇੱਕ ਤਲਾਕਸ਼ੁਦਾ ਕੁੜੀ ਨੂੰ ਘਰ ਬਿਠਾ ਕੇ ਆਪਣੀਆਂ ਦੂਜੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦੀ, ਇਸ ਲਈ ਵਿਆਹ ਤਾਂ ਤੈਨੂੰ ਕਰਨਾ ਹੀ ਪਵੇਗਾ। ਮੇਰੀ ਮੰਮੀ ਨੇ ਮੇਰੇ ਲਈ ਦੂਜਾ ਰਿਸ਼ਤਾ ਲੱਭ ਲਿਆ ਅਤੇ ਮੇਰੇ ਪਾਪਾ ਨੇ ਵੀ ਮੇਰੀ ਮੰਮੀ ਦੀ ਹਾਂ ਵਿੱਚ ਹਾਂ ਮਿਲਾਈ। ਮੈਂ ਚੁੱਪ ਰਹਿ ਗਈ ਕਿਉਂਕਿ ਉਹਨਾਂ ਦੀ ਗੱਲ ਵੀ ਬਿਲਕੁਲ ਠੀਕ ਸੀ। ਜੇਕਰ ਇੱਕ ਤਲਾਕਸ਼ੁਦਾ ਕੁੜੀ ਘਰ ਵਿੱਚ ਬੈਠੀ ਰਹੇਗੀ ਤਾਂ ਦੂਜੀਆਂ ਕੁੜੀਆਂ ਲਈ ਬਹੁਤ ਮੁਸ਼ਕਿਲ ਹੋ ਜਾਵੇਗੀ। ਇਸ ਲਈ ਮੈਂ ਆਪਣੇ ਮਾਂ-ਬਾਪ ਦੇ ਫੈਸਲੇ ਤੇ ਸਿਰ ਝੁਕਾ ਲਿਆ। ਮੇਰਾ ਵਿਆਹ ਹੋਇਆ ਤਾਂ ਇਸ ਵਾਰ ਵੀ ਮੇਰੇ ਨਾਲ ਉਹੀ ਸਭ ਕੁਝ ਹੋਇਆ। ਵਿਆਹ ਦੇ ਅਗਲੇ ਦਿਨ ਜਦੋਂ ਮੇਰੇ ਸਹੁਰੇ ਨੇ ਮੇਰੀ ਸ਼ਕਲ ਦੇਖੀ ਤਾਂ ਮੈਨੂੰ ਦੇਖਦੇ ਹੀ ਉਹਨਾਂ ਦੀ ਮੌਤ ਹੋ ਗਈ। ਇਹ ਗੱਲ ਮੇਰੇ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ ਕਿਉਂਕਿ ਮੇਰੇ ਦੂਜੇ ਪਤੀ ਨੇ ਵੀ ਮੈਨੂੰ ਤਲਾਕ ਦੇ ਕੇ ਘਰ ਵਿੱਚੋਂ ਕੱਢ ਦਿੱਤਾ ਅਤੇ ਮੈਂ ਆਪਣੇ ਘਰ ਵਾਪਸ ਆ ਗਈ। ਹੁਣ ਦੁਬਾਰਾ ਮੈਂ ਹਾਲੇ ਇਸ ਸਦਮੇ ਵਿੱਚੋਂ ਬਾਹਰ ਨਹੀਂ ਨਿਕਲੀ ਸੀ ਕਿ ਮੇਰੀ ਮੰਮੀ ਨੇ ਮੇਰੇ ਤੀਜੇ ਵਿਆਹ ਦਾ ਇੰਤਜ਼ਾਮ ਕਰ ਦਿੱਤਾ। ਇਸ ਵਾਰ ਵੀ ਮੇਰੇ ਨਾਲ ਉਸੇ ਤਰ੍ਹਾਂ ਹੋਇਆ। ਵਿਆਹ ਦੇ ਅਗਲੇ ਹੀ ਦਿਨ ਮੈਨੂੰ ਦੇਖਦੇ ਹੀ ਮੇਰੇ ਸਹੁਰੇ ਦੀ ਮੌਤ ਹੋ ਗਈ ਅਤੇ ਮੇਰੇ ਪਤੀ ਨੇ ਮੇਰੇ ਤੋਂ ਤਲਾਕ ਲੈ ਲਿਆ ਅਤੇ ਮੈਨੂੰ ਮੇਰੇ ਪੇਕੇ ਘਰ ਵਾਪਸ ਭੇਜ ਦਿੱਤਾ। ਇਸ ਤਰ੍ਹਾਂ ਮੇਰੀ ਮੰਮੀ ਮੇਰੇ 3 ਵਿਆਹ ਕਰਵਾ ਚੁੱਕੀ ਸੀ ਅਤੇ ਹਰ ਵਾਰ ਅਜਿਹਾ ਹੀ ਹੁੰਦਾ ਸੀ। ਇਸ ਸਭ ਦਾ ਇਹ ਨਤੀਜਾ ਨਿਕਲਿਆ ਕਿ ਲੋਕਾਂ ਨੇ ਮੈਨੂੰ ਮਨਹੂਸ ਕਹਿਣਾ ਸ਼ੁਰੂ ਕਰ ਦਿੱਤਾ। ਮੇਰੇ ਵਿਆਹ ਦੇ ਵਾਰ-ਵਾਰ ਟੁੱਟਣ ਦਾ ਅਸਰ ਮੇਰੀਆਂ ਭੈਣਾਂ ਤੇ ਵੀ ਪੈਣ ਲੱਗਿਆ। ਉਹਨਾਂ ਦਾ ਵੀ ਕਿਤੇ ਰਿਸ਼ਤਾ ਨਹੀਂ ਹੋ ਰਿਹਾ ਸੀ ਅਤੇ ਉਹਨਾਂ ਲਈ ਮੇਰੀ ਮੰਮੀ ਬਹੁਤ ਜ਼ਿਆਦਾ ਪਰੇਸ਼ਾਨ ਸੀ। ਉਹ ਹਰ ਵੇਲੇ ਰੋਂਦੀ ਰਹਿੰਦੀ ਸੀ ਅਤੇ ਮੇਰੇ ਪਾਪਾ ਨੂੰ ਵੀ ਬਹੁਤ ਕੁਝ ਸੁਣਾਉਂਦੀ ਰਹਿੰਦੀ ਸੀ। ਮੇਰੇ ਪਾਪਾ ਵੀ ਬਹੁਤ ਪਰੇਸ਼ਾਨ ਰਹਿਣ ਲੱਗੇ ਸਨ ਕਿਉਂਕਿ ਉਹਨਾਂ ਨੂੰ ਮੇਰੀ ਬਹੁਤ ਫਿਕਰ ਸੀ। ਪਰ ਮੰਮੀ ਦੇ ਇੰਨੇ ਜ਼ਿਆਦਾ ਦੁੱਖੜੇ ਸੁਣ ਕੇ ਆਖਰਕਾਰ ਉਹ ਆਪਣਾ ਸਾਰਾ ਗੁੱਸਾ ਮੇਰੇ ਉੱਪਰ ਹੀ ਕੱਢਣ ਲੱਗੇ। ਪਰ ਮੈਂ ਕਦੇ ਵੀ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਸਾਡੇ ਘਰ ਵਿੱਚ ਜਿੰਨੇ ਵੀ ਝਗੜੇ ਹੋ ਰਹੇ ਸਨ ਉਹ ਸਭ ਮੇਰੇ ਕਾਰਨ ਹੀ ਤਾਂ ਹੋ ਰਹੇ ਸਨ। 3 ਵਾਰ ਤਲਾਕ ਦਾ ਲੇਬਲ ਆਪਣੇ ਮੱਥੇ ਉੱਪਰ ਲਗਵਾ ਕੇ ਆਖਰ ਮੈਂ ਇਸ ਘਰ ਵਿੱਚ ਰਹਿ ਰਹੀ ਸੀ। ਹੁਣ ਮੈਂ ਆਪਣੀ ਮੰਮੀ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੈਂ ਵਿਆਹ ਨਹੀਂ ਕਰਾਂਗੀ, ਪਰ ਮੰਮੀ ਨੇ ਆਪਣੀ ਜਿੱਦ ਨਹੀਂ ਛੱਡੀ ਅਤੇ ਕਿਹਾ, ਅਸੀਂ ਤੈਨੂੰ ਇਸ ਤਰ੍ਹਾਂ ਘਰ ਵਿੱਚ ਬਿਠਾ ਕੇ ਨਹੀਂ ਰੱਖ ਸਕਦੇ, ਵਿਆਹ ਤਾਂ ਤੈਨੂੰ ਕਰਨਾ ਹੀ ਪਵੇਗਾ। ਅਤੇ ਉਹਨਾਂ ਨੇ ਮੇਰੇ ਚੌਥੇ ਵਿਆਹ ਦਾ ਇੰਤਜ਼ਾਮ ਕਰ ਦਿੱਤਾ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ 3 ਵਾਰ ਤਲਾਕ ਹੋਣ ਤੋਂ ਬਾਅਦ ਵੀ ਆਖਰ ਅਜਿਹਾ ਕੌਣ ਆਦਮੀ ਸੀ ਜੋ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ। ਇਸ ਵਾਰ ਮੈਨੂੰ ਆਪਣੀ ਮੰਮੀ ਉੱਪਰ ਸ਼ੱਕ ਹੋਣ ਲੱਗਿਆ। ਵਿਆਹ ਤੋਂ ਪਹਿਲਾਂ ਮੰਮੀ ਵਿਆਹ ਦੀਆਂ ਤਿਆਰੀਆਂ ਕਰਨ ਲਈ ਪਤਾ ਨਹੀਂ ਕਿੱਥੇ-ਕਿੱਥੇ ਘੁੰਮਦੀ ਰਹਿੰਦੀ ਸੀ। ਇਸ ਵਾਰ ਮੈਂ ਵੀ ਸੋਚਿਆ ਕਿ ਮੈਂ ਆਪਣੀ ਮੰਮੀ ਦਾ ਪਿੱਛਾ ਕਰਾਂਗੀ ਅਤੇ ਮੈਂ ਅਜਿਹਾ ਹੀ ਕਰਨਾ ਸ਼ੁਰੂ ਕਰ ਦਿੱਤਾ। ਆਖਰਕਾਰ ਮੈਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਅਜਿਹੀਆਂ ਕਿਹੜੀਆਂ ਤਿਆਰੀਆਂ ਕਰ ਰਹੀ ਸੀ। ਜਦੋਂ ਮੈਂ ਉਹਨਾਂ ਦਾ ਪਿੱਛਾ ਕੀਤਾ ਤਾਂ ਉਹ ਬਾਜ਼ਾਰ ਵਿੱਚ ਹੁੰਦੇ ਹੋਏ ਇੱਕ ਹੋਟਲ ਵਿੱਚ ਜਾ ਕੇ ਬੈਠ ਗਈ। ਮੈਂ ਉਹਨਾਂ ਦੀ ਇਹ ਹਰਕਤ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਉਹਨਾਂ ਨੂੰ ਤਾਂ ਬਾਹਰ ਦਾ ਖਾਣਾ ਹਜਮ ਹੀ ਨਹੀਂ ਹੁੰਦਾ ਸੀ। ਫਿਰ ਉਹ ਹੋਟਲ ਵਿੱਚ ਆ ਕੇ ਕਿਉਂ ਬੈਠ ਗਈ? ਪਰ ਛੇਤੀ ਹੀ ਮੈਨੂੰ ਮੇਰੀ ਉਲਝਣ ਦਾ ਜਵਾਬ ਮਿਲ ਗਿਆ ਕਿਉਂਕਿ ਥੋੜੀ ਜਿਹੀ ਦੇਰ ਵਿੱਚ ਉੱਥੇ ਮੇਰੀ ਛੋਟੀ ਭੈਣ ਅਤੇ ਉਸ ਦੇ ਨਾਲ ਇੱਕ ਮੁੰਡਾ ਆ ਕੇ ਮੇਰੀ ਮੰਮੀ ਕੋਲ ਬੈਠ ਗਿਆ ਅਤੇ ਉਹ ਦੋਵੇਂ ਮਿਲ ਕੇ ਮੇਰੇ ਵਿਆਹ ਦੇ ਬਾਰੇ ਵਿੱਚ ਗੱਲਾਂ ਕਰ ਰਹੇ ਸਨ। ਪਰ ਮੈਨੂੰ ਉਹਨਾਂ ਦੀਆਂ ਗੱਲਾਂ ਸਾਫ਼-ਸਾਫ਼ ਨਹੀਂ ਸੁਣ ਰਹੀਆਂ ਸਨ, ਪਰ ਮੈਂ ਇੰਨਾ ਜ਼ਰੂਰ ਸਮਝ ਗਈ ਸੀ ਕਿ ਜ਼ਰੂਰ ਦਾਲ ਵਿੱਚ ਕੁਝ ਕਾਲਾ ਹੈ। ਮੈਂ ਇਸ ਮੁੰਡੇ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖ ਰਹੀ ਸੀ। ਘਰ ਆ ਕੇ ਮੈਂ ਇਸ ਬਾਰੇ ਵਿੱਚ ਬਹੁਤ ਸੋਚਿਆ ਪਰ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। 2 ਦਿਨਾਂ ਤੱਕ ਮੈਂ ਇੰਜ ਹੀ ਪਰੇਸ਼ਾਨੀ ਵਿੱਚ ਘੁੰਮਦੀ ਰਹੀ ਕਿਉਂਕਿ ਇਸ ਵਾਰ ਮੇਰਾ ਵਿਆਹ ਕਰਨ ਦਾ ਬਿਲਕੁਲ ਵੀ ਮਨ ਨਹੀਂ ਸੀ। ਮੈਂ ਆਪਣੇ ਭਾਈ ਨੂੰ ਫੋਨ ਕੀਤਾ ਤਾਂ ਜੋ ਉਸ ਨਾਲ ਗੱਲ ਕਰ ਸਕਾਂ ਅਤੇ ਉਸ ਤੋਂ ਕੋਈ ਸਲਾਹ ਲੈ ਸਕਾਂ। ਜਦੋਂ ਮੈਂ ਆਪਣੇ ਭਾਈ ਨੂੰ ਸਭ ਕੁਝ ਦੱਸਿਆ ਤਾਂ ਉਹਨਾਂ ਨੇ ਕਿਹਾ, ਤੂੰ ਬਿਲਕੁਲ ਚੁੱਪ ਰਹਿ, ਹੁਣ ਮੈਂ ਆਪ ਇਸ ਮਾਮਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗਾ। ਚੰਗਾ ਹੋਇਆ ਤੂੰ ਮੇਰੇ ਨਾਲ ਗੱਲ ਕੀਤੀ ਅਤੇ ਹੋਰ ਕਿਸੇ ਨੂੰ ਵੀ ਇਸ ਬਾਰੇ ਵਿੱਚ ਕੁਝ ਨਾ ਦੱਸੀ। ਮੈਂ ਆਪਣੇ ਭਾਈ ਨਾਲ ਗੱਲ ਕਰਕੇ ਬਹੁਤ ਹਲਕਾ ਮਹਿਸੂਸ ਕਰ ਰਹੀ ਸੀ
ਪਰ ਮੈਂ ਇੱਕ ਗੱਲ ਆਪਣੇ ਦਿਲ ਵਿੱਚ ਠਾਣ ਲਈ ਸੀ ਕਿ ਹੁਣ ਮੈਂ ਵਿਆਹ ਨਹੀਂ ਕਰਾਂਗੀ, ਕਿਉਂਕਿ ਮੈਨੂੰ ਇਸ ਵਿਆਹ ਵਿੱਚ ਕੁਝ ਗੜਬੜ ਲੱਗ ਰਹੀ ਸੀ। ਦਿਨ ਇਸੇ ਤਰ੍ਹਾਂ ਲੰਘਦੇ ਰਹੇ। ਆਖਰਕਾਰ ਵਿਆਹ ਦਾ ਦਿਨ ਵੀ ਆ ਗਿਆ। ਪੰਡਤ ਜੀ ਆਏ ਅਤੇ ਵਿਆਹ ਦੀ ਤਿਆਰੀ ਕਰਨ ਲੱਗੇ, ਪਰ ਜਦੋਂ ਉਹਨਾਂ ਨੇ ਹਵਨ ਸ਼ੁਰੂ ਕੀਤਾ ਤਾਂ ਮੈਂ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਭੱਜ ਗਈ। ਮੇਰੇ ਮੰਮੀ ਪਾਪਾ ਉੱਥੇ ਖੜੇ ਰਹਿ ਗਏ ਅਤੇ ਕਹਿਣ ਲੱਗੇ, ਤੂੰ ਸਾਡੇ ਮੱਥੇ ਉੱਪਰ ਦਾਗ ਲਗਾਉਣ ਦੇ ਬਾਰੇ ਵਿੱਚ ਫੈਸਲਾ ਕਰ ਲਿਆ ਹੈ। ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਚੌਥੀ ਵਾਰ ਮੇਰੇ ਨਾਲ ਜ਼ਬਰਦਸਤੀ ਕਰ ਰਹੇ ਹੋ। ਮੈਂ ਇਹ ਵਿਆਹ ਨਹੀਂ ਕਰਾਂਗੀ। ਮੇਰੀ ਆਪਣੀ ਵੀ ਕੋਈ ਮਰਜ਼ੀ ਹੋਣੀ ਚਾਹੀਦੀ ਹੈ। ਸਾਰੇ ਮਹਿਮਾਨਾਂ ਵਿੱਚ ਖੁਸਰ ਫੁਸਰ ਹੋਣ ਲੱਗੀ। ਪੰਡਤ ਜੀ ਵੀ ਕੁਝ ਦੇਰ ਤੱਕ ਇੰਤਜ਼ਾਰ ਕਰਦੇ ਰਹੇ ਤਾਂ ਜੋ ਮਾਮਲਾ ਸੁਲਝ ਜਾਵੇ, ਪਰ ਹੁਣ ਇਹ ਮਾਮਲਾ ਸੁਲਝਣ ਵਾਲਾ ਨਹੀਂ ਸੀ। ਕੁਝ ਦੇਰ ਬਾਅਦ ਬਰਾਤ ਵੀ ਚਲੀ ਗਈ, ਪਰ ਜਾਂਦੇ ਜਾਂਦੇ ਉਹਨਾਂ ਨੇ ਮੇਰੇ ਮਾਂ-ਬਾਪ ਨੂੰ ਬਹੁਤ ਕੁਝ ਸੁਣਾਇਆ, ਪਰ ਮੈਂ ਚੁੱਪਚਾਪ ਖੜੀ ਰਹੀ। ਜਿਵੇਂ ਹੀ ਸਭ ਲੋਕ ਚਲੇ ਗਏ ਤਾਂ ਮੇਰੀ ਮੰਮੀ ਨੇ ਪੂਰੇ ਘਰ ਵਿੱਚ ਤਮਾਸ਼ਾ ਖੜਾ ਕਰ ਦਿੱਤਾ ਅਤੇ ਕਹਿਣ ਲੱਗੀ, ਇਸ ਕੁੜੀ ਨੇ ਸਾਡੇ ਸਿਰ ਉੱਪਰ ਕਲੰਕ ਲਗਾ ਦਿੱਤਾ ਹੈ। ਇਸ ਦੀ ਬੁਰੀ ਕਿਸਮਤ ਕਰਕੇ ਮੇਰੀਆਂ ਦੂਜੀਆਂ ਕੁੜੀਆਂ ਵੀ ਘਰ ਬੈਠੀਆਂ ਹੀ ਰਹਿ ਜਾਣਗੀਆਂ। ਉਹਨਾਂ ਦੇ ਵੀ ਰਿਸ਼ਤੇ ਨਹੀਂ ਹੋਣਗੇ। ਮੇਰੇ ਪਾਪਾ ਵੀ ਮੇਰੇ ਉੱਪਰ ਬਹੁਤ ਗੁੱਸਾ ਕਰਨ ਲੱਗੇ ਅਤੇ ਕਹਿਣ ਲੱਗੇ, ਜਾਂ ਤਾਂ ਇਸ ਘਰ ਵਿੱਚੋਂ ਨਿਕਲ ਜਾ ਜਾਂ ਫਿਰ ਉਸ ਮੁੰਡੇ ਤੋਂ ਮਾਫੀ ਮੰਗ ਕੇ ਉਸ ਨਾਲ ਵਿਆਹ ਕਰ। ਸਾਰਾ ਦਿਨ ਇਸੇ ਤਰ੍ਹਾਂ ਕਲੇਸ਼ ਹੁੰਦਾ ਰਿਹਾ ਅਤੇ ਇਹ ਦਿਨ ਬੀਤ ਗਿਆ। ਦੂਜੇ ਦਿਨ ਫਿਰ ਆ ਕੇ ਪਾਪਾ ਨੇ ਮੈਨੂੰ ਇਹੀ ਸਭ ਕਿਹਾ। ਮੈਂ ਉਸ ਮੁੰਡੇ ਤੋਂ ਮਾਫੀ ਮੰਗਾਂ ਅਤੇ ਉਸ ਨਾਲ ਵਿਆਹ ਕਰਾਂ। ਪਾਪਾ ਮੈਨੂੰ ਜ਼ਬਰਦਸਤੀ ਉਹਨਾਂ ਦੇ ਘਰ ਲੈ ਗਏ, ਪਰ ਅਸੀਂ ਜਿਵੇਂ ਹੀ ਉਹਨਾਂ ਦੇ ਘਰ ਪਹੁੰਚੇ ਤਾਂ ਮੇਰੇ ਅਤੇ ਪਾਪਾ ਦੇ ਸਿਰ ਤੇ ਜਿਵੇਂ ਆਸਮਾਨ ਹੀ ਟੁੱਟ ਗਿਆ। ਅਸੀਂ ਦੇਖਿਆ ਉਹ ਮੁੰਡਾ ਅਤੇ ਉਸ ਦੀ ਮਾਂ ਰੋ ਰਹੇ ਸਨ। ਮੇਰੇ ਹੋਣ ਵਾਲੇ ਸਹੁਰੇ ਦੀ ਅੱਜ ਮੌਤ ਹੋ ਚੁੱਕੀ ਸੀ। ਜੇਕਰ ਕੱਲ੍ਹ ਮੇਰਾ ਵਿਆਹ ਹੋ ਜਾਂਦਾ ਤਾਂ ਅੱਜ ਚੌਥੀ ਵਾਰ ਮੇਰਾ ਤਲਾਕ ਹੋ ਜਾਣਾ ਸੀ। ਮੇਰੇ ਪਾਪਾ ਲਈ ਇਹ ਗੱਲ ਕਿਸੇ ਸਦਮੇ ਤੋਂ ਘੱਟ ਨਹੀਂ ਸੀ। ਇਸ ਲਈ ਉਹ ਅੱਗੇ ਵਧੇ ਅਤੇ ਉਸ ਮੁੰਡੇ ਨੂੰ ਪੁੱਛਣ ਲੱਗੇ ਕਿ ਅਜਿਹਾ ਕੀ ਹੋਇਆ ਜਿਸ ਨਾਲ ਤੁਹਾਡੇ ਪਾਪਾ ਦੀ ਮੌਤ ਹੋ ਗਈ। ਉਸ ਮੁੰਡੇ ਨੇ ਆਪਣੇ ਹੰਝੂ ਪੂੰਝਦੇ ਹੋਏ ਗੁੱਸੇ ਵਿੱਚ ਕਿਹਾ, ਇਹ ਗੱਲ ਤੁਸੀਂ ਸਾਨੂੰ ਕਿਉਂ ਪੁੱਛ ਰਹੇ ਹੋ? ਜਾ ਕੇ ਆਪਣੀ ਪਤਨੀ ਨੂੰ ਪੁੱਛੋ। ਉਹਨਾਂ ਦੀ ਇਹ ਗੱਲ ਸੁਣ ਕੇ ਮੇਰੇ ਪਾਪਾ ਹੈਰਾਨ ਹੋ ਗਏ ਅਤੇ ਚੁੱਪਚਾਪ ਮੈਨੂੰ ਲੈ ਕੇ ਵਾਪਸ ਘਰ ਆ ਗਏ। ਜਦੋਂ ਅਸੀਂ ਘਰ ਪਹੁੰਚੇ ਤਾਂ ਮੇਰਾ ਵੱਡਾ ਭਾਈ ਵੀ ਆਇਆ ਹੋਇਆ ਸੀ। ਮੇਰੇ ਪਾਪਾ ਨੇ ਆਉਂਦੇ ਹੀ ਮੇਰੀ ਮੰਮੀ ਨੂੰ ਪੁੱਛਿਆ ਕਿ ਇਹ ਸਭ ਕੀ ਮਾਮਲਾ ਹੈ। ਉਸ ਮੁੰਡੇ ਦੇ ਬਾਪ ਦੀ ਮੌਤ ਹੋ ਚੁੱਕੀ ਹੈ, ਤੂੰ ਮੇਰੀ ਕੁੜੀ ਨਾਲ ਕੀ ਕਰ ਰਹੀ ਹੈ? ਪਹਿਲਾਂ ਤਾਂ ਮੇਰੀ ਮੰਮੀ ਨੇ ਗੱਲ ਨੂੰ ਘੁਮਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੇਰੇ ਵੱਡੇ ਭਾਈ ਨੇ ਕਿਹਾ, ਹੁਣ ਤੁਸੀਂ ਝੂਠ ਨਹੀਂ ਬੋਲ ਸਕਦੇ ਕਿਉਂਕਿ ਮੈਂ ਵੀ ਸਾਰਾ ਸੱਚ ਜਾਣ ਚੁੱਕਿਆ ਹਾਂ। ਫਿਰ ਮੇਰਾ ਭਾਈ ਉਸ ਮੁੰਡੇ ਨੂੰ ਲੈ ਕੇ ਆ ਗਿਆ ਜਿਸ ਨੂੰ ਮੈਂ ਆਪਣੀ ਮੰਮੀ ਦੇ ਨਾਲ ਹੋਟਲ ਵਿੱਚ ਦੇਖਿਆ ਸੀ। ਉਸ ਮੁੰਡੇ ਨੂੰ ਦੇਖ ਕੇ ਮੇਰੀ ਮੰਮੀ ਦੇ ਚਿਹਰੇ ਦਾ ਰੰਗ ਉੱਡ ਗਿਆ ਅਤੇ ਉਹ ਕਹਿਣ ਲੱਗੀ, ਮੈਨੂੰ ਮਾਫ ਕਰ ਦਿਓ, ਇਹ ਸਭ ਮੈਂ ਆਪਣੀ ਸਗੀ ਧੀ ਲਈ ਕੀਤਾ ਹੈ। ਉਹਨਾਂ ਦੀ ਇਹ ਗੱਲ ਸੁਣ ਕੇ ਮੇਰੇ ਪਾਪਾ ਦੇ ਭਾਈ ਨੂੰ ਤਾਂ ਕੋਈ ਫਰਕ ਨਹੀਂ ਪਿਆ, ਪਰ ਹਾਂ ਮੈਨੂੰ ਬਹੁਤ ਵੱਡਾ ਸਦਮਾ ਲੱਗਿਆ। ਮੈਂ ਕਿਹਾ, ਸਗੀ ਧੀ ਦਾ ਕੀ ਮਤਲਬ ਹੈ? ਮੈਂ ਹੈਰਾਨੀ ਨਾਲ ਆਪਣੇ ਪਾਪਾ ਵੱਲ ਵੇਖਿਆ ਅਤੇ ਉਹਨਾਂ ਨੂੰ ਪੁੱਛਿਆ ਕਿ ਮੰਮੀ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ। ਤਾਂ ਪਾਪਾ ਕਹਿਣ ਲੱਗੇ, ਬੇਟੇ ਇਹ ਤੇਰੀ ਸਗੀ ਮਾਂ ਨਹੀਂ ਹੈ। ਤੇਰੀ ਮੰਮੀ ਦੇ ਮਰਨ ਤੋਂ ਬਾਅਦ ਮੈਂ ਇਸ ਨਾਲ ਦੂਜਾ ਵਿਆਹ ਕੀਤਾ ਸੀ। ਆਪਣੇ ਪਾਪਾ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਸੁੰਨ ਰਹਿ ਗਈ। ਪਾਪਾ ਨੇ ਦੁਬਾਰਾ ਮੰਮੀ ਨੂੰ ਪੁੱਛਿਆ ਕਿ ਇਹ ਸਭ ਕੁਝ ਕੀ ਚੱਲ ਰਿਹਾ ਹੈ। ਤਾਂ ਉਹਨਾਂ ਨੇ ਕਿਹਾ, ਇਹ ਮੁੰਡਾ ਤੁਹਾਡੀ ਛੋਟੀ ਕੁੜੀ ਦਾ ਪਤੀ ਹੈ। ਇਹ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਅਤੇ ਉਹਨਾਂ ਨੇ ਘਰ ਵਾਲਿਆਂ ਨੂੰ ਦੱਸੇ ਬਿਨਾਂ ਲੁੱਕ ਕੇ ਵਿਆਹ ਕਰ ਲਿਆ। ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਤਾਂ ਮੈਂ ਬਹੁਤ ਡਰ ਗਈ ਕਿਉਂਕਿ ਇਹ ਮੁੰਡਾ ਬਹੁਤ ਹੀ ਗਰੀਬ ਹੈ ਤੇ ਕੋਈ ਨੌਕਰੀ ਵੀ ਨਹੀਂ ਕਰਦਾ ਅਤੇ ਅਜਿਹੇ ਮੁੰਡੇ ਨਾਲ ਤੁਸੀਂ ਆਪਣੀ ਕੁੜੀ ਦਾ ਵਿਆਹ ਕਦੇ ਵੀ ਨਹੀਂ ਕਰੋਗੇ। ਪਰ ਤੁਹਾਡੀ ਬੇਟੀ ਇਸ ਨਾਲ ਵਿਆਹ ਕਰ ਚੁੱਕੀ ਸੀ ਅਤੇ ਜਦੋਂ ਪਿੰਕੀ ਦਾ ਵਿਆਹ ਹੋਣ ਲੱਗਿਆ ਤਾਂ ਮੇਰੇ ਦਿਮਾਗ ਵਿੱਚ ਇੱਕ ਤਰਕੀਬ ਆਈ। ਮੈਂ ਰਿਸ਼ਤੇ ਕਰਵਾਉਣ ਵਾਲੀ ਨੂੰ ਬੁਲਾ ਕੇ ਕਿਹਾ, ਅਜਿਹੇ ਮੁੰਡਿਆਂ ਦੇ ਰਿਸ਼ਤੇ ਲੈ ਕੇ ਆਵੇ ਜਿਨ੍ਹਾਂ ਦਾ ਬਾਪ ਬਿਮਾਰ ਰਹਿੰਦਾ ਹੋਵੇ ਅਤੇ ਫਿਰ ਮੈਂ ਵਿਆਹ ਵਾਲੀ ਰਾਤ ਇੱਕ ਮਿੱਠੀ ਖੀਰ ਬਣਾ ਕੇ ਉਸ ਨੂੰ ਖਿਲਾਉਂਦੀ ਅਤੇ ਕਹਿੰਦੀ ਕਿ ਇਹ ਤੁਹਾਡੀ ਬਹੂ ਨੇ ਸਪੈਸ਼ਲ ਤੁਹਾਡੇ ਲਈ ਬਣਾਈ ਹੈ। ਉਹ ਮਜ਼ੇ ਨਾਲ ਉਸ ਨੂੰ ਖਾ ਲੈਂਦੇ, ਜਦੋਂ ਕਿ ਮੈਂ ਉਸ ਵਿੱਚ ਜ਼ਹਿਰ ਮਿਲਾਇਆ ਹੁੰਦਾ ਸੀ ਜਿਸ ਦਾ ਅਸਰ ਅਗਲੇ 12 ਘੰਟਿਆਂ ਵਿੱਚ ਹੋ ਜਾਂਦਾ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਪਿੰਕੀ ਦਾ ਪਤੀ ਉਸ ਨੂੰ ਮਨਹੂਸ ਕਹਿ ਕੇ ਤਲਾਕ ਦੇ ਦਿੰਦਾ ਅਤੇ ਮੈਂ ਇਹ ਸੋਚਿਆ ਕਿ ਇਸ ਤਰ੍ਹਾਂ ਜਦੋਂ ਤੁਹਾਡੀ ਕੁੜੀ ਦਾ ਕਈ ਵਾਰ ਤਲਾਕ ਹੋ ਜਾਵੇਗਾ ਤਾਂ ਤੁਹਾਡੀ ਦੂਜੀ ਕੁੜੀ ਲਈ ਕੋਈ ਵੀ ਰਿਸ਼ਤਾ ਨਹੀਂ ਆਵੇਗਾ।
ਅਤੇ ਫਿਰ ਇਹ ਮੁੰਡਾ ਰਿਸ਼ਤਾ ਲੈ ਕੇ ਆਵੇਗਾ ਅਤੇ ਮਜਬੂਰੀ ਵਿੱਚ ਤੁਸੀਂ ਇਸ ਰਿਸ਼ਤੇ ਲਈ ਹਾਂ ਕਰ ਦਿਓਗੇ। ਫਿਰ ਮੈਂ ਆਪਣੀ ਮੰਮੀ ਨੂੰ ਪੁੱਛਿਆ ਕਿ ਭਾਈ ਭਾਬੀ ਇਸ ਘਰ ਵਿੱਚੋਂ ਕਿਉਂ ਗਏ ਸਨ। ਮੇਰਾ ਸਵਾਲ ਸੁਣ ਕੇ ਪਾਪਾ ਇੱਕਦਮ ਹੈਰਾਨ ਰਹਿ ਗਏ ਅਤੇ ਮੇਰੀ ਮਾਂ ਕਹਿਣ ਲੱਗੀ, ਮੈਂ ਉਸਦੀ ਪਤਨੀ ਨੂੰ ਧਮਕੀਆਂ ਦਿੰਦੀ ਸੀ ਕਿ ਜੇਕਰ ਉਹ ਆਪਣੇ ਪਤੀ ਨੂੰ ਲੈ ਕੇ ਅਲੱਗ ਨਹੀਂ ਹੋਈ ਤਾਂ ਮੈਂ ਬਹੁਤ ਜਲਦੀ ਉਹਨਾਂ ਦਾ ਤਲਾਕ ਕਰਵਾ ਦੇਵਾਂਗੀ। ਮੈਂ ਉਸ ਨੂੰ ਇਸ ਲਈ ਘਰ ਵਿੱਚੋਂ ਕੱਢ ਦਿੱਤਾ ਸੀ ਤਾਂ ਜੋ ਉਸ ਨੂੰ ਮੇਰੀ ਛੋਟੀ ਕੁੜੀ ਦੇ ਕਾਰਨਾਮਿਆਂ ਬਾਰੇ ਅਤੇ ਜੋ ਕੁਝ ਮੈਂ ਉਸਦੀ ਭੈਣ ਨਾਲ ਕਰਨ ਜਾ ਰਹੀ ਹਾਂ ਉਸ ਬਾਰੇ ਪਤਾ ਨਾ ਲੱਗ ਜਾਵੇ। ਜੇਕਰ ਤੁਹਾਡੇ ਵੱਡੇ ਮੁੰਡੇ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਤਾਂ ਮੇਰੀ ਇਸ ਘਰ ਵਿੱਚ ਰਹਿਣ ਦੀ ਕੋਈ ਗੁੰਜਾਇਸ਼ ਨਹੀਂ ਰਹਿਣੀ ਸੀ। ਮੰਮੀ ਦੀਆਂ ਇਹ ਗੱਲਾਂ ਅਤੇ ਸਾਜ਼ਿਸ਼ਾਂ ਬਾਰੇ ਸੁਣ ਕੇ ਮੇਰੇ ਪਾਪਾ ਨੂੰ ਬਹੁਤ ਦੁੱਖ ਹੋਇਆ। ਉਹਨਾਂ ਨੇ ਕਿਹਾ, ਤੂੰ ਆਪਣੀ ਕੁੜੀ ਦੀ ਗਲਤੀ ਲੁਕਾਉਣ ਲਈ ਮੇਰੀ ਦੂਜੀ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਅਤੇ 3 ਲੋਕਾਂ ਦੀ ਜਾਨ ਵੀ ਲੈ ਲਈ। ਮੇਰੀ ਮੰਮੀ ਨੇ ਮੇਰੇ ਪਾਪਾ ਤੋਂ ਬਹੁਤ ਮਾफ़ੀ ਮੰਗੀ, ਪਰ ਉਹਨਾਂ ਦਾ ਗੁੱਸਾ ਹੱਦ ਤੋਂ ਜ਼ਿਆਦਾ ਵੱਧ ਗਿਆ ਸੀ ਅਤੇ ਹੁਣ ਮਾफ़ੀ ਦੀ ਕੋਈ ਗੁੰਜਾਇਸ਼ ਵੀ ਨਹੀਂ ਸੀ। ਉਹਨਾਂ ਨੇ ਮੰਮੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਆਪਣੀ ਛੋਟੀ ਕੁੜੀ ਨੂੰ ਉਸਦੇ ਪਤੀ ਨਾਲ ਵਿਦਾ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਮੇਰੇ ਭਾਈ ਅਤੇ ਭਾਬੀ ਤੋਂ ਆਪਣੀ ਹਰ ਗਲਤਫਹਿਮੀ ਲਈ ਮਾफ़ੀ ਮੰਗੀ ਅਤੇ ਕਿਹਾ, ਬੇਟੇ ਘਰ ਵਾਪਸ ਆ ਜਾਓ, ਤੁਹਾਡੇ ਬਿਨਾਂ ਇਹ ਘਰ ਸੁੰਨਾ ਹੋ ਗਿਆ ਹੈ। ਫਿਰ ਉਹਨਾਂ ਨੇ ਮੇਰੇ ਤੋਂ ਮਾफ़ੀ ਮੰਗਦੇ ਹੋਏ ਕਿਹਾ, ਧੀਏ, ਮੈਂ ਆਪ ਤੇਰਾ ਵਿਆਹ ਕਿਸੇ ਚੰਗੇ ਘਰ ਵਿੱਚ ਕਰਾਂਗਾ। ਅੱਜ ਇਸ ਗੱਲ ਨੂੰ 3 ਸਾਲ ਹੋ ਚੁੱਕੇ ਹਨ ਅਤੇ ਅਸੀਂ ਸਭ ਬਹੁਤ ਖੁਸ਼ ਹਾਂ। ਪਰ ਮੇਰੀ ਮੰਮੀ, ਜਿਸ ਨੇ 3 ਲੋਕਾਂ ਦੀ ਜਾਨ ਲੈ ਲਈ ਸੀ, ਉਹ ਅੱਜ ਵੀ ਜੇਲ੍ਹ ਵਿੱਚ ਆਪਣੇ ਕੀਤੇ ਦੀ ਸਜ਼ਾ ਭੁਗਤ ਰਹੀ ਹੈ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਬਾ ਕੇ ਆਲ ਤੇ ਸੈੱਟ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।